ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਰਿਓੜੀ ਕਲਚਰ। ਕੇਂਦਰ ਸਰਕਾਰ ਨੇ ਰੋਕੀ ਕੇਜਰੀਵਾਲ ਦੀ ਸਿੰਗਾਪੁਰ ਯਾਤਰਾ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੇਢੇ ਢੰਗ ਨਾਲ ਰਿਓੜੀ ਕਲਚਰ ਦੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਹਾਲੇ ਤੱਕ ਜਿਹੜਾ ਉਹਨਾਂ ਦੀ ਸਿੰਗਾਪੁਰ ਯਾਤਰਾ ਨੂੰ ਲੈ ਕੇ ਵੀ ਜਿਹੜਾ ਹੈਗਾ ਹਰੀ ਝੰਡੀ ਨਹੀਂ ਦਿੱਤੀ ਗਈ। ਅਤੇ ਇਸ ਹਾਲਾਤ ਨੂੰ ਦੇਖ ਕੇ ਲੱਗਦਾ ਹੈ ਵੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਕਿਤੇ ਨਾ ਕਿਤੇ ਆਮਣੇ ਸਾਹਮਣੇ ਖੜੀ ਦਿਖਾਈ ਦੇਗੀ। ਇਹਨਾਂ ਦੇ ਵਿੱਚ ਦੀ ਤਕਰਾਰ ਜਿਹੜੀ ਆ ਉਹ ਵੱਧ ਸਕਦੀ ਹੈ। ਅਸੀਂ ਜਾਣਨਾ ਚਾਹਾਂਗੇ ਇਹ ਜਿਹੜੀ ਰਿਓੜੀ ਕਲਚਰ ਦੀ ਗੱਲ ਪ੍ਰਧਾਨ ਮੰਤਰੀ ਨੇ ਕੀਤੀ ਹੈ, ਇਹ ਪੂਰਾ ਮਕਸਦ ਕੀ ਸੀ, ਪੂਰਾ ਮਾਮਲਾ ਕੀ ਹੈ? ਇਸ ਦੇ ਨਾਲ ਹੀ ਜਿਹੜੀ ਸਿੰਗਾਪੁਰ ਯਾਤਰਾ 'ਤੇ ਰੋਕ ਲਗਾਈ ਹੈ, ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ? ਦੇਖੋ, ਆਪਾਂ ਇਸ ਗੱਲ ਨੂੰ ਦੋ ਹਿੱਸਿਆਂ 'ਚ ਵੰਡ ਕੇ ਕਰਾਂਗੇ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿੰਗਾਪੁਰ ਯਾਤਰਾ ਨੂੰ ਲੈ ਕੇ ਜਿਹੜੇ ਅੜਿੱਕੇ ਖੜੇ ਕੀਤੇ ਗਏ ਨੇ। ਦੂਸਰੀ ਗੱਲ ਹੈ ਕਿ ਜਿਹੜੀ ਪ੍ਰਧਾਨ ਮੰਤਰੀ ਨੇ ਲੰਘੇ ਕੱਲ੍ਹ ਰਿਓੜੀ ਕਲਚਰ ਦੇ ਬਹਾਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਲਾਇਆ ਜੀ। ਬਿਲਕੁਲ। ਜਦੋਂ ਆਪਾਂ ਸਿੰਗਾਪੁਰ ਯਾਤਰਾ ਦੀ ਗੱਲ ਕਰਦੇ ਹਾਂ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ, ਤਾਂ ਦੱਸ ਦਈਏ ਕਿ ਸਿੰਗਾਪੁਰ ਦੇ ਵਿੱਚ 1 ਅਗਸਤ ਨੂੰ ਬਰਡ ਸਿਟੀ ਸੰਮੇਲਨ ਹੋ ਰਿਹਾ ਹੈ, ਜਿਹਦੇ ਬਾਰੇ ਸਿੰਗਾਪੁਰ ਦੀ ਸਰਕਾਰ ਨੇ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਉਸ ਬਰਡ ਸਿਟੀ ਸੰਮੇਲਨ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ਆਫੀਸ਼ੀਅਲੀ। ਔਰ ਨਾਲ ਇਹ ਕਿਹਾ ਹੈ ਕਿ ਉਹ ਆਪਣਾ ਜਿਹੜਾ ਦਿੱਲੀ ਮਾਡਲ ਹੈ, ਜਿਹਦੀ ਉਹ ਚਰਚਾ ਪੂਰੇ ਦੇਸ਼ 'ਚ ਕਰਦੇ ਨੇ, ਕਿ ਉਹ ਦਿੱਲੀ ਮਾਡਲ ਦੀ ਪੇਸ਼ਕਾਰੀ ਸਿੰਗਾਪੁਰ ਦੇ ਸਮਿਟ ਦੇ ਵਿੱਚ ਜ਼ਰੂਰ ਰੱਖਣ। ਤਾਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੇਲੇ, ਜਿਸ ਟਾਈਮ ਉਹ ਪ੍ਰਧਾਨ ਮੰਤਰੀ ਨਹੀਂ ਸਨ, ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਹ ਹਰ ਸਟੇਜ ਤੋਂ ਜਿਹੜੀ ਗੁਜਰਾਤ ਮਾਡਲ ਦੀ ਗੱਲ ਕਰਦੇ ਸਨ। ਜੀ ਬਿਲਕੁਲ। ਤਾਂ ਲੈ ਦੇ ਕੇ ਕਹਿ ਲਈਏ ਕਿ ਉਹ ਆਪਣੇ ਗੁਜਰਾਤ ਮਾਡਲ ਦੇ ਸਹਾਰੇ ਅਲਟੀਮੇਟਲੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ ਨੇ। ਜੀ। ਅਰਵਿੰਦ ਕੇਜਰੀਵਾਲ ਕੋਲ ਹੈਗਾ ਆਪਣਾ ਦਿੱਲੀ ਮਾਡਲ। ਤਾਂ ਇਹਨਾਂ ਦਾ ਨਿਸ਼ਾਨਾ ਵੀ ਇਹ ਹੈ ਕਿ ਕਿਵੇਂ ਨਾ ਕਿਵੇਂ ਦਿੱਲੀ ਮਾਡਲ ਦਾ ਸਹਾਰਾ ਲੈ ਕੇ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਜਾਵੇ। ਜੀ। ਤਾਂ ਅਰਵਿੰਦ ਕੇਜਰੀਵਾਲ ਨੇ 7 ਜੂਨ ਨੂੰ ਇੱਕ ਪੱਤਰ ਹੈ ਜਿਹੜਾ ਉਹ ਲਿਖਿਆ ਸੀ ਪ੍ਰਧਾਨ ਮੰਤਰੀ ਨੂੰ ਕਿ ਇਸ ਤਰ੍ਹਾਂ ਸਿੰਗਾਪੁਰ ਦੇ ਵਿੱਚ ਇੱਕ ਸਮਿਟ ਹੋ ਰਿਹਾ ਹੈ, ਉਹਦੇ ਵਿੱਚ ਅਸੀਂ ਦਿੱਲੀ ਮਾਡਲ ਦੀ ਪੇਸ਼ਕਾਰੀ ਰੱਖਣ ਵਾਸਤੇ ਕਿਹਾ ਗਿਆ ਹੈ ਔਰ ਇਸ ਲਈ ਉਹਨਾਂ ਨੂੰ ਜਿਹੜੀ ਸਿੰਗਾਪੁਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ। ਜੀ। ਤਾਂ ਭਾਰਤ ਸਰਕਾਰ ਨੇ ਤਕਰੀਬਨ ਸਵਾ ਮਹੀਨਾ ਬੀਤਣ ਤੋਂ ਬਾਅਦ ਵੀ ਹਾਲੇ ਤੱਕ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਲਈ ਜਿਹੜੀ ਇਹ ਹਰੀ ਝੰਡੀ ਨਹੀਂ ਦਿੱਤੀ। ਇਹਦਾ ਕਾਰਨ ਸਭਨਾਂ ਨੂੰ ਪਤਾ ਹੈ ਕਿ ਇਹਦੇ ਕਾਰਨ ਸਿਆਸੀ ਹੀ ਹੋ ਸਕਦੇ ਨੇ। ਜੀ। ਕਿਉਂਕਿ ਭਾਜਪਾ ਨੇ ਇੱਕ ਸੁਪਨਾ ਦੇਖਿਆ ਸੀ ਕਾਂਗਰਸ ਮੁਕਤ ਭਾਰਤ। ਬਿਲਕੁਲ। ਉਹ ਇਹ ਤਾਂ ਦੇਖਦੇ ਨੇ ਕਿ ਕਾਂਗਰਸ ਮੁਕਤ ਭਾਰਤ ਹੋਵੇ, ਪਰ ਉਹ ਇਹ ਨਹੀਂ ਦੇਖਣਾ ਚਾਹੁੰਦਾ ਕਿ ਕਾਂਗਰਸ ਦੀ ਥਾਂ 'ਤੇ ਕੋਈ ਮਜ਼ਬੂਤ ਹੋਰ ਪਾਰਟੀ ਹੋ ਕੇ ਸਾਡੇ ਨੈਸ਼ਨਲ ਲੈਵਲ 'ਤੇ ਸਾਡੇ ਬਰਾਬਰ ਹੈ, ਜਿਹੜੀ ਉਹ ਭਿੜੇ ਜਾਂ ਸਾਡੇ ਬਰਾਬਰ ਆ ਕੇ ਖੜੀ ਹੋਵੇ। ਤਾਂ ਇਹ ਇਸ ਕਰਕੇ ਉਹਨਾਂ ਨੂੰ, ਕਿਉਂਕਿ ਕਾਂਗਰਸ ਨੂੰ ਤਾਂ ਭਾਜਦੇ ਨਹੀਂ, ਭਾਜਪਾ ਨੂੰ ਸੌਖੀ ਲੱਗਦੀ ਹੈ। ਪ੍ਰਧਾਨ ਮੰਤਰੀ ਪਰਿਵਾਰਵਾਦ ਦੀ ਗੱਲ ਕਰ ਲੈਂਦੇ ਨੇ, ਕਾਂਗਰਸ ਦੀ ਕਰਪਸ਼ਨ ਦੀ ਗੱਲ ਕਰ ਲੈਂਦੇ ਨੇ, ਪਰ ਹਾਲੇ ਤੱਕ ਆਮ ਆਦਮੀ ਪਾਰਟੀ 'ਤੇ ਉਹਨਾਂ ਨੂੰ ਲੱਗਦਾ ਕਿ ਇਹ ਐਲੀਗੇਸ਼ਨ ਪਰਿਵਾਰਵਾਦ ਵਾਲੇ ਜਾਂ ਕਰਪਸ਼ਨ ਵਾਲੇ ਲਾਉਣੇ ਔਖੇ ਹੋਣਗੇ। ਤਾਂ ਹੁਣ ਜਦੋਂ ਅੱਗੇ ਚੋਣਾਂ ਨੇ, ਗੁਜਰਾਤ ਦੀਆਂ ਨੇ, ਵਿਧਾਨ ਸਭਾ ਦੀਆਂ ਚੋਣਾਂ, ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੇ, ਤਾਂ ਜਿਹੜੇ ਸਿਆਸੀ ਲੋਕ ਨੇ ਉਹ ਹਮੇਸ਼ਾ ਹਰ ਚੀਜ਼ ਹੈ ਜਿਹੜੀ ਉਹ ਸਿਆਸਤ ਦੀ ਨਜ਼ਰ ਦੇ ਵਿੱਚ ਉਹ ਦੇਖਦੇ ਨੇ। ਸੋ ਸਿੰਗਾਪੁਰ ਯਾਤਰਾ ਦੇ ਵੀ ਹੋ ਸਕਦਾ ਸਾਡੀ ਭਾਜਪਾ ਸਰਕਾਰ ਇਸ ਲਹਿਜੇ ਨਾਲ ਹੀ ਦੇਖਦੀ ਹੋਵੇ। ਉਹਨਾਂ ਨੂੰ ਲੱਗਦਾ ਕਿ ਅਗਰ ਅਰਵਿੰਦ ਕੇਜਰੀਵਾਲ ਸਿੰਗਾਪੁਰ ਜਾਂਦੇ ਨੇ ਅਤੇ ਉੱਥੇ ਇਹ ਆਪਣੀ ਦਿੱਲੀ ਮਾਡਲ ਦੀ ਗੱਲ ਰੱਖਦੇ ਨੇ, ਤਾਂ ਇਹ ਇੱਕ ਬਹੁਤ ਵੱਡੀ ਫਲੈਸ਼ ਹੋਏਗੀ ਕਿ ਜਿਹਦੇ ਨਾਲ ਇਹਨਾਂ ਦਾ ਕੱਦ ਬੁੱਤ ਹੈ ਜਿਹੜਾ ਉਹ ਹੋਰ ਉੱਚਾ ਹੋ ਸਕਦਾ ਹੈਗਾ। ਇਹ ਕਾਰਨ ਵਜ੍ਹਾ ਹੋ ਸਕਦੀ ਹੈ। ਨਹੀਂ ਤਾਂ ਇੱਕ ਸਟੇਟ ਦਾ ਜਿਹੜਾ ਚੁਣਿਆ ਹੋਇਆ ਇਲੈਕਟਡ ਮੁੱਖ ਮੰਤਰੀ ਹੈ ਔਰ ਸਿੰਗਾਪੁਰ ਦੀ ਜਿਹੜੀ ਇੱਕ ਸਰਕਾਰ ਹੈ, ਉਹਨਾਂ ਨੇ ਆਫੀਸ਼ੀਅਲ ਆਪਣਾ ਪੱਤਰ ਭੇਜਿਆ ਹੈਗਾ, ਤਾਂ ਇਹ ਉਹਨਾਂ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ। ਕਿਉਂਕਿ ਜੇ ਉੱਥੇ ਦਿੱਲੀ ਮਾਡਲ ਦੀ ਗੱਲ ਹੋਏਗੀ ਤਾਂ ਉਹਦੇ ਨਾਲ ਭਾਰਤ ਦਾ ਸਿਰ ਹੀ ਉੱਚਾ ਹੋਏਗਾ। ਤਾਂ ਅਰਵਿੰਦ ਕੇਜਰੀਵਾਲ ਨੇ ਅੱਜ ਫੇਰ
ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ, ਜਿਹਦੇ ਵਿੱਚ ਉਹਨਾਂ ਨੇ ਫਿਰ ਜ਼ਿਕਰ ਕੀਤਾ ਹੈ ਕਿ ਅਗਰ ਤੁਸੀਂ ਇਹ ਪ੍ਰਵਾਨਗੀ ਦਿੰਦੇ ਹੋ ਤਾਂ ਇਹਦੇ ਨਾਲ ਭਾਰਤ ਲਈ ਇੱਕ ਮਾਣ ਵਾਲੀ ਗੱਲ ਹੋਏਗੀ। ਭਾਰਤ ਦਾ ਇੱਕ ਕੱਦ ਹੈ ਜਿਹੜਾ ਉਹ ਇੰਟਰਨੈਸ਼ਨਲ ਲੈਵਲ 'ਤੇ ਹੋਰ ਉੱਚਾ ਹੋਏਗਾ। ਜੀ ਆਤਿਸ਼, ਤੁਹਾਡੇ ਚੇਤੇ ਹੋਏਗਾ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਨੇ ਵੀਜ਼ਾ ਨਹੀਂ ਸੀ ਦਿੱਤਾ। ਬਿਲਕੁਲ। ਤਾਂ ਉਦੋਂ ਵੀ ਇਸ ਤਰ੍ਹਾਂ ਪੂਰੇ ਮੁਲਕ ਨੇ ਇਸ ਗੱਲ ਦਾ ਗਿਲਾ ਕੀਤਾ ਸੀਗਾ ਕਿ ਇੱਕ ਇਲੈਕਟਡ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਵਤੀਰਾ ਕਿਸੇ ਗੌਰਮੈਂਟ ਵੱਲੋਂ ਕਰਨਾ ਉਹ ਸ਼ੋਭਾ ਨਹੀਂ ਦਿੰਦਾ, ਬੁਰਾ ਮਨਾਇਆ ਗਿਆ ਸੀ। ਜੇ ਹੁਣ ਉਹੀ ਚੀਜ਼ ਦੁਹਰਾਈ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਨਹੀਂ ਉੱਥੇ ਭੇਜਿਆ ਜਾਂਦਾ ਤਾਂ ਫਿਰ ਉਹੀ ਗੱਲ ਲੋਕਾਂ ਦੇ ਵਿੱਚ ਜਾਏਗੀ। ਜੀ ਕਿਉਂਕਿ ਲੈ ਦੇ ਕੇ ਆਮ ਆਦਮੀ ਪਾਰਟੀ ਕੋਲ ਇੱਕ ਦਿੱਲੀ ਮਾਡਲ ਹੈ। ਪੰਜਾਬ ਦੇ ਵਿੱਚ ਵੀ ਆਪਾਂ ਦੇਖਿਆ ਕਿ ਜਦੋਂ ਇਲੈਕਸ਼ਨ ਹੋਈ ਸੀ ਤਾਂ ਦਿੱਲੀ ਮਾਡਲ ਦਿਖਾ ਕੇ ਉਹਨੇ ਚੋਣਾਂ ਉਹਨਾਂ ਨੇ ਜਿੱਤੀਆਂ ਨੇ। ਜੀ ਜਿਸ ਤਰ੍ਹਾਂ ਭਾਜਪਾ ਦਾ ਵਤੀਰਾ ਹੁੰਦਾ ਜਾ ਰਿਹਾ, ਜਿਸ ਤਰ੍ਹਾਂ ਸਾਡੇ ਚੀਫ ਜਸਟਿਸ ਨੇ ਵੀ ਲੰਘੇ ਕੱਲ੍ਹ ਇਹ ਗੱਲ ਕਹੀ ਹੈ ਕਿ ਜਿਹੜਾ ਸਾਡੇ ਲੋਕ ਰਾਜੀ ਵਿਵਸਥਾ ਦੇ ਵਿੱਚ ਜਿਹੜਾ ਸਾਡਾ ਬੋਲਣ ਦੀ ਜਿਹੜੀ ਆਜ਼ਾਦੀ ਹੈ, ਜਿਸ ਤਰ੍ਹਾਂ ਉਹ ਸੁੰਗੜ ਰਹੀ ਹੈ, ਉਸ 'ਤੇ ਉਹਨਾਂ ਨੇ ਫਿਕਰ ਜ਼ਾਹਰ ਕੀਤੇ ਨੇ। ਜਾਂ ਪਾਰਲੀਮੈਂਟ ਦੇ ਵਿੱਚ ਜਿਹੜੇ ਕੁਝ ਲਫ਼ਜ਼ਾਂ ਨੂੰ ਲੈ ਕੇ, ਸ਼ਬਦਾਂ ਨੂੰ ਲੈ ਕੇ ਕਹਿ ਦਿੱਤਾ ਗਿਆ ਕਿ ਇਹ ਗੈਰ ਸੰਸਦੀ ਸ਼ਬਦ ਹੈ ਜਿਹੜੇ ਮੰਨੇ ਜਾਣਗੇ। ਨਾ ਤਾਂ ਲੋਕਾਂ ਨੂੰ ਸੰਸਦ ਦੇ ਵਿੱਚ ਬੋਲਣ ਲਈ ਖੁੱਲ੍ਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸੰਸਦ ਤੋਂ ਬਾਹਰ ਬੋਲਣ ਦੀ ਆਜ਼ਾਦੀ ਦਿੱਤੀ ਜਾ ਰਹੀ ਹੈ। ਆਪਾਂ ਵੀ ਦੇਖਦੇ ਹਾਂ ਕੋਈ ਵੀ ਸਰਕਾਰ 'ਤੇ ਜੇ ਕੋਈ ਟਿੱਪਣੀ ਕਰਦਾ ਹੈਗਾ ਤਾਂ ਉਹਦੇ ਲਈ ਜਿਹੜੀ ਰਾਤੋਂ ਰਾਤ ਪਰਚਾ ਦਰਜ ਹੋ ਜਾਂਦਾ, ਪੁਲਿਸ ਕੇਸ ਰਜਿਸਟਰਡ ਹੋ ਜਾਂਦਾ ਅਤੇ ਉਹਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਂਦਾ। ਤਾਂ ਹੁਣ ਨਰਿੰਦਰ ਮੋਦੀ ਨੇ ਜਾਂ ਪ੍ਰਧਾਨ ਮੰਤਰੀ ਨੇ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਇਹ ਗੱਲ ਕਿਸ ਪਾਸੇ ਮੋੜਾ ਲੈਂਦੀ ਹੈਗੀ ਹੈ ਕਿ ਉਹਨਾਂ ਨੂੰ ਰਾਹ ਰੋਕੇ ਜਾਂਦੇ ਨੇ ਜਾਂ ਉਹਨਾਂ ਨੂੰ ਹਰੀ ਝੰਡੀ ਦਿੱਤੀ ਜਾਂਦੀ ਹੈ ਸਿੰਗਾਪੁਰ ਜਾਣ ਲਈ। ਪਰ ਇਸ ਤੋਂ ਕੇਜਰੀਵਾਲ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਅੜਿੱਕੇ ਡਾਹੇ ਜਾ ਰਹੇ, ਕੰਮ ਕਰਨ ਤੋਂ, ਬਾਹਰ ਜਾਣ ਤੋਂ, ਦਿੱਲੀ ਮਾਡਲ ਦੀ ਪੇਸ਼ਕਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਸ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਸਰਕਾਰ ਜਿਹੜਾ ਆਪਣਾ ਕੰਮ ਕਰਨਾ ਚਾਹੁੰਦੀ ਹੈ ਇੱਕ ਆਜ਼ਾਦ ਹਸਤੀ ਦੇ ਤੌਰ 'ਤੇ, ਉਹਦੇ ਵਿੱਚ ਵੀ ਉਹਨਾਂ ਨੂੰ ਕੋਈ ਅੜਿੱਕਾ ਨਹੀਂ ਬਣਨਾ ਚਾਹੀਦਾ। ਕਿਉਂਕਿ ਪਿਛਲੇ ਦਿਨਾਂ 'ਚ ਪੰਜਾਬ 'ਚ ਵੀ ਇਹ ਗੱਲ ਕਾਫੀ ਹਾਈਲਾਈਟ ਹੋਈ ਹੈ ਕਿ ਪੰਜਾਬ ਸਰਕਾਰ, ਪੰਜਾਬ ਦੇ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਉਹ ਆਪਣੀ ਇੱਕ ਆਜ਼ਾਦ ਹਸਤੀ ਦੇਖ ਕੇ ਪੰਜਾਬ ਦੀ ਯੂਨਿਟ ਨੂੰ ਜਾਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਪਾਈ ਹੈ। ਪਰ ਜਿਸ ਤਰ੍ਹਾਂ ਦਿੱਲੀ ਦਾ ਦਖਲ ਵੱਧ ਰਿਹਾ ਹੈ ਉਸ ਤੋਂ ਪੰਜਾਬੀ ਸਾਰੇ ਪਰੇਸ਼ਾਨ ਨੇ। ਇਹ ਤਾਂ ਉਹਨਾਂ ਦੀ ਸਿੰਗਾਪੁਰ ਯਾਤਰਾ ਦੀ ਗੱਲ ਹੈ। ਦੂਸਰੀ ਆਤਿਸ਼, ਜਿਹੜੀ ਆਪਾਂ ਰਿਓੜੀ ਕਲਚਰ ਦੀ ਗੱਲ ਕਰਦੇ ਆ, ਕੱਲ੍ਹ ਯੂਪੀ ਦੇ ਵਿੱਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਰਿਓੜੀ ਕਲਚਰ ਹੈਗਾ ਉਹ ਸਾਡੇ ਦੇਸ਼ ਦੀ ਤਰੱਕੀ ਨੂੰ, ਸਾਡੇ ਦੇਸ਼ ਦੇ ਵਿਕਾਸ ਦੇ ਰਾਹ ਦੇ ਵਿੱਚ ਇੱਕ ਵੱਡਾ ਅੜਿੱਕਾ ਹੈ। ਤਾਂ ਰਿਓੜੀ ਕਲਚਰ ਤੋਂ ਉਹਨਾਂ ਦਾ ਭਾਵ ਸੀ ਕਿ ਜਿਹੜੀਆਂ ਸਰਕਾਰਾਂ ਚੋਣਾਂ ਦੇ ਵੇਲੇ, ਪਾਰਟੀਆਂ, ਪੋਲੀਟੀਕਲ ਪਾਰਟੀਆਂ ਚੋਣਾਂ ਦੇ ਵੇਲੇ, ਚੋਣਾਂ ਤੋਂ ਪਹਿਲਾਂ ਰਿਓੜੀਆਂ ਵਾਂਗ ਜਿਹੜੀਆਂ ਖੈਰਾਤਾਂ ਦਿੰਦੀਆਂ ਨੇ ਲੋਕਾਂ ਨੂੰ ਉਹਨਾਂ ਦੇ ਵੋਟ ਹਾਸਲ ਕਰਨ ਲਈ, ਉਹਨਾਂ ਦਾ ਸਿੱਧਾ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਫ੍ਰੀ ਬਿਜਲੀ ਦੀ ਗੱਲ ਕੀਤੀ ਹੈ, ਮੁਫਤ ਸਫ਼ਰ ਦੀ ਗੱਲ ਕੀਤੀ ਹੈ, ਔਰਤਾਂ ਨੂੰ 1-1 ਹਜ਼ਾਰ ਰੁਪਇਆ ਦੇਣ ਦੀ ਗੱਲ ਕੀਤੀ ਹੈ, ਤਾਂ ਉਹਨਾਂ ਨੇ ਇਸ ਨੂੰ ਖਤਰਾ ਦੱਸਿਆ। ਦੇਖੋ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਅੰਨਾ ਵੰਡੇ ਸੀਰਨੀ ਮੁੜਕਿੜ ਆਪਣਿਆਂ ਨੂੰ ਦੇ। ਦੇਖੋ, ਨਾ ਤਾਂ ਆਪਣਿਆਂ ਨੂੰ ਦੇਣਾ ਠੀਕ ਹੈ, ਨਾ ਸਾਰਿਆਂ ਨੂੰ ਦੇਣਾ ਠੀਕ ਹੈ। ਇਹ ਠੀਕ ਹੈ ਕਿ ਸਿਰਫ ਲੋੜਵੰਦਾਂ ਨੂੰ ਦਿੱਤਾ ਜਾਵੇ। ਅਸੀਂ ਮੈਰਿਟ ਔਰ ਨਾਨ ਮੈਰਿਟ ਸਬਸਿਡੀ ਦੀ ਗੱਲ ਕਰਦੇ ਹਾਂ। ਸਬਸਿਡੀ, ਇਹਦਾ ਵਰਲਡ ਬੈਂਕ ਵੀ ਕਹਿੰਦਾ ਹੈਗਾ ਕਿ ਅਗਰ ਮੁਲਕ ਨੂੰ ਅਸੀਂ ਪਾਵਰਟੀ 'ਚੋਂ ਕੱਢਣਾ ਹੈ, ਭੁੱਖਮਰੀ 'ਚੋਂ ਕੱਢਣਾ ਹੈ, ਤਾਂ ਸਾਨੂੰ ਕੁਝ ਸਹੂਲਤਾਂ ਜਿਹੜੀਆਂ ਗਰੀਬ ਤਬਕੇ ਨੂੰ ਜਾਂ ਆਪਾਂ ਕਹਿ ਲਈਏ ਕਿ ਲੋੜਵੰਦ ਤਬਕੇ ਨੂੰ ਦੇਣੀਆਂ ਪੈਣਗੀਆਂ। ਤਾਂ ਅਸੀਂ ਸਬਸਿਡੀ ਦਾ ਵਿਰੋਧ ਨਹੀਂ ਕਰਦੇ। ਸਬਸਿਡੀ ਮਿਲਣੀ ਚਾਹੀਦੀ ਹੈ, ਸਾਰਿਆਂ ਨੂੰ ਨਹੀਂ ਮਿਲਣੀ ਚਾਹੀਦੀ, ਆਪਣਿਆਂ ਨੂੰ ਨਹੀਂ ਮਿਲਣੀ ਚਾਹੀਦੀ, ਸਿਰਫ ਜਿਹੜੇ ਨੀਡੀ ਪਰਸਨ ਹੈ ਉਹਨਾਂ ਨੂੰ ਸਬਸਿਡੀ ਦੇਣੀ ਬਣਦੀ ਹੈਗੀ ਹੈ। ਹੁਣ ਜਦੋਂ ਪ੍ਰਧਾਨ ਮੰਤਰੀ ਇਹ ਗੱਲ ਕਰਦੇ ਨੇ ਕਿ ਰਿਓੜੀ ਕਲਚਰ ਦੇਸ਼ ਲਈ ਮਾਰੂ ਹੈ, ਤਾਂ ਪਹਿਲਾਂ ਉਹਨਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ। ਅਸੀਂ ਪਿੱਛੇ ਹੀ ਦੇਖਿਆ ਹੈ ਜਦੋਂ ਕੋਵਿਡ ਦਾ ਸਮਾਂ ਆਇਆ, ਇਹਦੇ ਵਿੱਚ ਸੀ ਠੀਕ ਹੈ ਕਿ ਤੁਹਾਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ, ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਉਹਨੇ ਮੁਫਤ ਰਾਸ਼ਨ ਦੇਣ ਦੀ ਗੱਲ ਕੀਤੀ ਸੀ। ਤਾਂ ਹੁਣ ਤਾਂ ਕੋਵਿਡ ਮਹਾਂਮਾਰੀ ਨਿਕਲ ਚੁੱਕੀ ਹੈ। ਇਹਨਾਂ ਨੂੰ ਲੱਗਿਆ ਕਿ ਯੂਪੀ ਇਲੈਕਸ਼ਨ ਦੇ ਵਿੱਚ ਜਿਹੜਾ ਮੁਫਤ ਅਨਾਜ ਵੰਡਿਆ ਗਿਆ ਸੀ, 80 ਕਰੋੜ ਲੋਕਾਂ ਨੂੰ ਦਿੱਤਾ ਗਿਆ ਪੂਰੇ ਦੇਸ਼ ਦੇ ਵਿੱਚ, ਕਿ ਉਹਦਾ ਸਾਨੂੰ ਬਹੁਤ ਵੱਡਾ ਪੋਲੀਟੀਕਲ ਲਾਹਾ ਮਿਲਿਆ। ਉਹਦੀ ਜਿਹੜੀ ਮਿਆਦ ਸੀ ਆਤਿਸ਼, ਉਹ ਮਾਰਚ ਤੱਕ ਦੀ ਸੀ। ਹੁਣ ਉਹਨੂੰ 6 ਮਹੀਨੇ ਹੋਰ ਵਧਾ ਦਿੱਤਾ ਹੈ ਕਿਉਂਕਿ ਅੱਗੇ ਗੁਜਰਾਤ ਦੀਆਂ ਚੋਣਾਂ ਵੀ ਹੈਗੀਆਂ ਨੇ, ਹਿਮਾਚਲ ਦੀਆਂ ਵੀ ਚੋਣਾਂ ਹੈ। ਤਾਂ ਇਹਨਾਂ ਨੂੰ ਲੱਗਦਾ ਕਿ ਮੁਫਤ ਵੰਡ ਕੇ ਉਹ ਚੀਜ਼ ਅਸੀਂ ਉਹ ਚੋਣਾਂ ਦਾ ਜਿਹੜਾ ਪੇੜਾ ਹੈ ਉਹਨੂੰ ਵੀ ਸਰ ਕਰ ਲਵਾਂਗੇ।
ਇਸ ਤਰ੍ਹਾਂ ਕਿਸਾਨਾਂ ਨੂੰ 6-6 ਹਜ਼ਾਰ ਰੁਪਏ ਦਿੱਤਾ ਜਾ ਰਿਹਾ ਹੈ ਜੀ ਹਰ ਕੁਝ ਟਾਈਮ ਬਾਅਦ 2-2 ਹਜ਼ਾਰ ਰੁਪਏ ਉਹਨਾਂ ਦੇ ਖਾਤਿਆਂ 'ਚ ਪਾਈ ਜਾਂਦਾ, ਸਾਲ 'ਚ 3 ਵਾਰੀ ਪਾਇਆ ਜਾਂਦਾ ਹੈ। ਉਹ ਕੀ ਉਹ ਮੁਫ਼ਤਖੋਰੀ ਨਹੀਂ ਹੈਗੀ ਫਿਰ, ਜੇ ਇਸ ਲਿਹਾਜ਼ ਨਾਲ ਰਿਊਡੀ ਕਲਚਰ ਦੇ ਲਿਹਾਜ਼ ਨਾਲ ਦੇਖਣਾ ਹੋਵੇ। ਇਸ ਤਰ੍ਹਾਂ ਉਜਵਲ ਸਕੀਮ ਹੈ, ਉਹਨਾਂ ਦੀ ਫ੍ਰੀ ਗੈਸ ਕਨੈਕਸ਼ਨ ਦਿੱਤੇ ਜਾਂਦੇ ਨੇ। ਨਰੇਗਾ ਬਾਰੇ ਵੀ ਤਾਂ ਪ੍ਰਧਾਨ ਮੰਤਰੀ ਬੋਲਦੇ ਰਹੇ ਨੇ ਸ਼ੁਰੂ 'ਚ, ਉਹਨੂੰ ਕਰਪਸ਼ਨ ਦਾ ਨਾਮ ਦਿੰਦੇ ਰਹੇ ਨੇ ਅਤੇ ਹੁਣ ਉਹਨਾਂ ਲਈ ਬਜਟ ਵੀ ਰੱਖਦੇ ਨੇ। ਪਹਿਲਾਂ ਉਹਨਾਂ ਨੂੰ ਆਪਣਾ ਖੁਦ ਮਾਡਲ ਬਣਨਾ ਪਏਗਾ। ਇਸ ਨੂੰ ਕੋਈ ਇਹਦੀ ਕੋਈ ਸ਼ਲਾਘਾ ਨਹੀਂ ਕਰਦਾ। ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਇਸੇ ਰਾਹ 'ਤੇ ਤੁਰੀ ਹੋਈ ਹੈ, ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਬਦਲਾਅ ਦਾ ਨਾਅਰਾ ਦਿੰਦੇ ਨੇ, ਪਰ ਜਿਹੜੀਆਂ ਸਿਆਸਤਦਾਨਾਂ ਦੀਆਂ ਆਤਿਸ਼ ਜਿਹੜਾ ਮੂਲ ਸੁਭਾਅ ਹੁੰਦਾ ਹੈ ਉਹ ਤਕਰੀਬਨ ਮਿਲਦਾ ਜੁਲਦਾ ਹੁੰਦਾ ਹੈ, 19-21 ਦਾ ਫਰਕ ਹੁੰਦਾ ਹੈ। ਹਰ ਸਿਆਸਤਦਾਨ ਨੂੰ ਜਿਹੜਾ ਇੱਕ ਨਾਗਰਿਕ ਹੈ ਉਹ ਨਾਗਰਿਕ ਨਹੀਂ ਦਿਖਦਾ, ਉਹ ਉਸ ਨੂੰ ਵੋਟਰ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਜਿੰਨਾ ਟਾਈਮ ਸਾਡੇ ਸਿਆਸਤਦਾਨ, ਚਾਹੇ ਉਹ ਏ ਹੈ ਚਾਹੇ ਬੀ ਹੈ, ਉਹ ਨਾਗਰਿਕ ਨਹੀਂ ਸਮਝਦੇ, ਉਹਨਾਂ ਟਾਈਮ ਸਾਡਾ ਦੇਸ਼ ਹੈ ਜਾਂ ਸਾਡੇ ਲੋਕ ਹੈ ਉਹ ਤਰੱਕੀ ਨਹੀਂ ਕਰ ਸਕਦੇ, ਇਸ ਜਿਲਨ ਦੇ ਵਿੱਚੋਂ ਨਿਕਲ ਨਹੀਂ ਸਕਦੇ। ਪਰ ਅਫਸੋਸ ਇਸ ਗੱਲ ਦਾ ਕਿ ਉਹਨਾਂ ਨੂੰ ਇੱਕ ਦੇਖਿਆ ਜਾਂਦਾ ਹੈ ਕਿ ਜੀ ਇਹ ਸਾਡੇ ਵੋਟਰ ਨੇ। ਹਾਲਾਂਕਿ ਮੁਫ਼ਤਖੋਰੀ ਦੀ ਤਾਂ ਪੰਜਾਬ ਦੇ ਵਿੱਚ ਵੀ ਚਰਚਾ ਹੁੰਦੀ ਹੈ, ਸਾਊਥ ਦੇ ਵਿੱਚ ਤਾਂ ਇਹਦੀ ਸ਼ੁਰੂਆਤ ਹੋਈ, ਉਹ ਤਾਂ ਜੜ ਹੈ, ਮਾਂ ਹੈ ਇਸ ਗੱਲ ਦੀ। ਤਾਂ ਕਿਉਂਕਿ ਪੰਜਾਬ ਦਾ ਸਾਡੇ ਤਾਂ ਮੰਨੇ ਹੀ ਕੰਮ ਨੂੰ ਪੂਜਾ ਮੰਨਿਆ ਜਾਂਦਾ ਹੈਗਾ। ਮੁਫ਼ਤਖੋਰੀ ਨੂੰ ਅਸੀਂ ਕਹਿੰਦੇ ਹਾਂ ਕਿ ਬੰਦੇ ਨੂੰ ਇਹ ਨਿਕੰਮਾ ਬਣਾਉਂਦੀ ਹੈ, ਆਲਸੀ ਬਣਾਉਂਦੀ ਹੈ। ਹਾਲਾਂਕਿ ਇਨਸਾਨ ਦਾ ਆਪਾਂ ਜਿਹੜਾ ਬੁਨਿਆਦੀ ਸੁਭਾਅ ਦੇਖੀਏ ਤਾਂ ਉਹ ਕਹਿੰਦੇ ਨੇ ਕਿ ਜਿਹੜੀ ਖੁਸ਼ੀ ਵਿਅਕਤੀ ਨੂੰ ਮੁਫ਼ਤਖੋਰੀ ਨਾਲੋਂ ਵੱਧ ਹੈ, ਜਿਹੜੀ ਉਹ ਆਤਮ ਨਿਰਭਰ ਹੋਣ 'ਚ ਮਿਲਦੀ ਹੈ। ਸੋ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਹੈ ਰਿਊਡੀ ਕਲਚਰ ਦੀ, ਉਹ ਗੱਲ ਠੀਕ ਕੀਤੀ ਹੈ, ਪਰ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਔਰ ਬਾਕੀ ਪਾਰਟੀਆਂ ਨੂੰ ਵੀ ਇਸ ਨੂੰ ਫਾਲੋ ਕਰਨਾ ਚਾਹੀਦਾ ਹੈ। ਜੀ ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਰਿਊਡੀ ਕਲਚਰ ਦੀ, ਤਾਂ ਪੰਜਾਬ ਦੇ ਵਿੱਚ ਵੀ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਪ੍ਰਤੀ ਮਹੀਨਾ ਜਿਹੜਾ ਹੈਗਾ ਮੁਫਤ 'ਚ ਦੇਣ ਦਾ ਜਿਹੜਾ ਵਾਅਦਾ ਸੀਗਾ ਉਹ ਲਾਗੂ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ। ਅਤੇ ਲੰਘੇ ਦਿਨ ਜਿਹੜਾ ਹੈਗਾ ਭਗਵੰਤ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਇਹ ਦਾਅਵਾ ਵੀ ਕੀਤਾ ਵੀ ਕਿ ਇਸ ਸਕੀਮ ਨਾਲ ਜਿਹੜਾ ਹੈਗਾ ਪੰਜਾਬ ਦੇ ਲਗਭਗ 51 ਲੱਖ ਦੇ ਕਰੀਬ ਪਰਿਵਾਰਾਂ ਨੂੰ ਇਸ ਦਾ ਪਹਿਲੇ ਗੇੜੇ ਲਾਹਾ ਮਿਲੇਗਾ, ਵੀ ਕਿ 51 ਲੱਖ ਲੋਕਾਂ ਦਾ ਬਿੱਲ ਜਿਹੜਾ ਹੈਗਾ ਜ਼ੀਰੋ ਆਏਗਾ। ਕੀ ਤੁਹਾਨੂੰ ਨਹੀਂ ਲੱਗਦਾ ਵੀ ਕਿ ਇਹ ਵੀ ਰੋਡੀ ਕਲਚਰ ਦਾ ਹੀ ਹਿੱਸਾ? ਦੇਖੋ, ਆਪਾਂ ਤਾਂ ਪਹਿਲਾਂ ਹੀ ਇਹ ਗੱਲ ਕਹਿੰਦੇ ਹਾਂ ਕਿ ਕਿਉਂ ਸਾਰਿਆਂ ਨੂੰ ਮਿਲੇ, ਸਿਰਫ ਸ਼ਨਾਖਤ ਕੀਤੀ ਜਾਵੇ ਕਿ ਜਿਹੜਾ ਲੋੜਵੰਦ ਹੈ ਉਸ ਤੱਕ ਹੀ ਹਰ ਸਹੂਲਤ ਹੈ ਜਿਹੜੀ ਪਹੁੰਚਣੀ ਚਾਹੀਦੀ ਹੈਗੀ ਹੈ। ਜਿਸ ਤਰ੍ਹਾਂ ਤੁਸੀਂ 51 ਲੱਖ ਬਾਰੇ ਗੱਲ ਕੀਤੀ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਇਹ ਗੱਲ ਆਖੀ ਹੈ ਕਿ ਜਿਹੜਾ ਜੁਲਾਈ ਅਗਸਤ ਮਹੀਨੇ ਦਾ ਬਿੱਲ ਆਏਗਾ, ਅੱਗੇ ਸਤੰਬਰ ਅਕਤੂਬਰ ਦੇ ਵਿੱਚ ਜਿਹੜੇ ਬਿੱਲ ਬਣਨੇ ਨੇ, ਉਹ ਤੁਹਾਡਾ 51 ਲੱਖ ਪਰਿਵਾਰਾਂ ਦਾ 0 ਯੂਨਿਟ ਬਿੱਲ ਆਏਗਾ। ਇਹਦਾ ਮਤਲਬ ਟੋਟਲ ਜਿਹੜੇ ਸਾਡੇ ਕੰਜ਼ਿਊਮਰ ਨੇ ਡੋਮੈਸਟਿਕ ਦੇ, ਉਹ 74 ਲੱਖ ਨੇ, 74 ਤੋਂ 51 ਲੱਖ ਦਾ। ਹੁਣ ਮੈਂ ਵੀ ਇਹਦੀ ਕਾਫੀ ਅੱਜ ਸਰਚ ਕੀਤੀ ਕਿ 51 ਲੱਖ ਹੀ ਕਿਉਂ ਕਿਹਾ ਗਿਆ, ਤਾਂ ਉਹ ਪਤਾ ਲੱਗਿਆ ਕਿ ਪਿਛਲਾ ਜਿਹੜਾ ਜੁਲਾਈ ਅਗਸਤ ਮਹੀਨੇ ਜਿਹੜੇ ਪਿਛਲੇ ਸਾਲ ਦੇ ਰਹੇ ਨੇ ਜਾਂ ਉਸ ਤੋਂ ਪਿਛਲੇ ਸਾਲ ਦੇ ਰਹੇ ਨੇ, ਉਹਨਾਂ ਸਾਲਾਂ ਦੇ ਵਿੱਚ ਸਾਰੇ ਕੰਜ਼ਿਊਮਰ ਦੀ ਇੱਕ ਫਿਗਰ ਔਸਤਨ ਕੱਢੀ ਗਈ ਕਿ ਕਿੰਨੇ ਲੋਕਾਂ ਦਾ ਜਿਹੜਾ 74 ਲੱਖ ਚੋਂ ਕਿੰਨੇ ਲੋਕਾਂ ਦਾ ਜਿਹੜਾ ਬਿਜਲੀ ਬਿੱਲ ਹੈ ਉਹ 300 ਯੂਨਿਟ ਤੋਂ ਘੱਟ ਆਇਆ ਸੀ। ਉਸ ਲਿਹਾਜ਼ ਨਾਲ ਇਹਨਾਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ 51 ਲੱਖ ਪਰਿਵਾਰਾਂ ਨੂੰ ਇਹ ਬਿੱਲ ਹੈ ਜਿਹੜਾ ਉਹ ਮਾਫ ਹੋਏਗਾ। ਪਹਿਲਾਂ ਸ਼ੁਰੂ 'ਚ ਦੇਖੋ ਆਪਾਂ ਕਹਿੰਦੇ ਸੀ 1 ਕਿਲੋਵਾਟ ਦੀ ਸ਼ਰਤ ਲਾਈ ਸੀ, ਹੁਣ ਕੀ ਕਰ ਦਿੱਤਾ ਇਹਨਾਂ ਨੇ ਕਿ SC BC BPL ਔਰ ਜਿਹੜੇ ਸਾਬਕਾ ਸੁਤੰਤਰਤਾ ਸੈਨਾਨੀ ਹੈਗੇ ਨੇ ਜਾਂ ਉਹਨਾਂ ਦੀਆਂ ਫੈਮਲੀਆਂ ਹੈਗੀਆਂ ਨੇ, ਉਹਨਾਂ ਨੂੰ ਇਹਨਾਂ ਨੇ 1 ਕਿਲੋਵਾਟ ਦੀ ਪਹਿਲਾਂ ਸ਼ਰਤ ਲਾਈ ਸੀ ਕਿ ਉਹਨਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਮਿਲੇਗੀ। ਠੀਕ ਹੈ, ਹੁਣ ਉਹ ਸ਼ਰਤ ਹਟਾ ਦਿੱਤੀ। ਹੁਣ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਪਰਿਵਾਰਾਂ ਨੂੰ ਇੱਕ ਬਿੱਲ 2 ਮਹੀਨਿਆਂ ਦਾ ਬਿੱਲ ਹੈ ਜਿਹੜਾ 600 ਯੂਨਿਟ ਉਹ ਮੁਫਤ ਮਿਲੇਗਾ। ਅਗਰ ਉਹਨਾਂ ਦੀ ਯੂਨਿਟ 600 650 ਹੋ ਜਾਂਦੀ ਹੈ ਤਾਂ ਉਹਨਾਂ ਨੂੰ 600 ਯੂਨਿਟ ਦਾ ਕੋਈ ਪੈਸਾ ਨਹੀਂ ਲੱਗੇਗਾ, ਉੱਪਰਲੇ 50 ਯੂਨਿਟਾਂ ਦੇ ਪੈਸੇ ਲੱਗਣਗੇ। ਜਦੋਂ ਆਪਾਂ ਜਨਰਲ ਕੈਟਾਗਰੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜੇ ਮੰਨ ਲਓ ਤੁਹਾਡਾ 700 ਯੂਨਿਟ ਬਿੱਲ ਆ ਗਿਆ ਜਾਂ 601 ਯੂਨਿਟ ਵੀ ਬਿੱਲ ਆ ਗਿਆ ਤਾਂ ਤੁਹਾਨੂੰ ਸਮੁੱਚੀ ਜਿਹੜੀ ਯੂਨਿਟ ਦਾ ਬਿੱਲ ਹੈ ਜਿਹੜਾ ਤਾਰਨਾ ਪਏਗਾ। ਹੁਣ ਦੇਖੋ, ਇਹਦੇ ਵਿੱਚ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਲੋੜਵੰਦਾਂ ਵਾਲੀ, ਤਾਂ ਜਿਹੜੇ ਵੱਡੇ ਲੋਕ ਹੈ, ਮੰਨ ਲਓ ਕੱਲ੍ਹ ਨੂੰ ਬਾਦਲ ਫੈਮਿਲੀ ਦਾ ਜਿਹੜਾ ਬਿੱਲ ਹੈ 600 ਤੋਂ ਘੱਟ, ਉਹਨੂੰ ਵੀ ਫਾਇਦਾ ਮਿਲੇਗਾ। ਆਪਣੇ ਮੋਹਾਲੀ ਵਾਲੇ ਕੁਲਵੰਤ ਸਿੰਘ ਨੇ MLA ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਵੀ ਇਹਨਾਂ ਯੂਨਿਟਾਂ ਦਾ ਫਾਇਦਾ ਮਿਲੇਗਾ। ਸ਼ਿਸਮਾ ਫਾਰਮ ਹਾਊਸ ਨੂੰ ਵੀ ਇਹਦਾ ਫਾਇਦਾ ਮਿਲੇਗਾ। ਤਾਂ ਫਿਰ ਇਹ ਕੱਟ ਲਾਉਣਾ ਚਾਹੀਦਾ ਕਿ ਜਿਹੜੇ ਢਾਰਿਆਂ ਵਾਲੇ ਨੇ, ਝੁੱਗੀਆਂ ਵਾਲੇ ਨੇ ਵਿਚਾਰੇ, ਜਾਂ ਕੱਚੇ ਘਰਾਂ 'ਚ ਰਹਿਣ ਵਾਲੇ ਨੇ ਜਾਂ ਲੋੜਵੰਦ ਨੇ, ਉਹਨਾਂ ਨੂੰ ਇਹਦਾ ਫਾਇਦਾ ਮਿਲੇ, ਕਿਉਂਕਿ ਇਹਦਾ ਬਹੁਤ ਵੱਡਾ ਬੋਝ ਹੈ ਜਿਹੜਾ ਉਹ ਖਜ਼ਾਨੇ 'ਤੇ ਪੈਣਾ ਹੈਗਾ। ਜਿਸ ਤਰ੍ਹਾਂ ਚੰਨੀ ਸਰਕਾਰ ਸੀ, ਉਦੋਂ 111 ਦਿਨਾਂ ਦੀ ਸਰਕਾਰ ਰਹੀ, ਤਾਂ ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੇ ਕਿਹਾ ਸੀ ਕਿ ਜਿੰਨੇ ਵੀ 2 ਕਿਲੋਵਾਟ ਵਾਲੇ ਲੋਡ ਵਾਲੇ ਡਿਫਾਲਟਰ ਨੇ
ਉਹਨਾਂ ਦੇ ਅਸੀਂ ਜਿਹੜੇ ਬਕਾਏ ਆ ਸਾਰੇ ਮਾਫ ਕਰ ਦਿਆਂਗੇ। ਚਲੋ ਠੀਕ ਹੈ, ਉਹ ਇੱਕ ਕੰਡੀਸ਼ਨ ਸੀ ਕਿ 2 ਕਿਲੋਵਾਟ ਤੱਕ ਵਾਲਿਆਂ ਦੇ ਮਾਫ ਹੋਣਗੇ। ਪਰ ਨਵੀਂ ਸਰਕਾਰ ਨੇ ਹੁਣ ਕੀ ਕੀਤਾ ਹੈਗਾ, ਇਹਨਾਂ ਨੇ ਇਹ ਕਹਿ ਦਿੱਤਾ ਕਿ ਕੋਈ ਸ਼ਰਤ ਨਹੀਂ ਤੁਹਾਡੇ ਤੇ 2 ਕਿਲੋਵਾਟ ਦੀ, ਜਿੰਨੇ ਵੀ ਆਦਮੀ 31 ਦਸੰਬਰ ਤੱਕ ਦੇ ਜਿਨ੍ਹਾਂ ਦੇ ਬਕਾਏ ਖੜੇ ਨੇ ਜਿਨ੍ਹਾਂ ਦੇ, ਉਹ ਸਾਰੇ ਮਾਫ ਹੋਣਗੇ। ਇਹਦਾ ਮਤਲਬ ਕਿ ਕੱਲ ਨੂੰ ਇਹਨਾਂ ਦੇ ਵਜ਼ੀਰਾਂ ਦੇ ਵੀ ਜੇ ਮੰਨ ਲਓ ਡਿਫਾਲਟਰ ਹੋਣ ਅਮਾਊਂਟ ਖੜੀ ਤਾਂ ਉਹ ਵੀ ਮਾਫ ਹੋ ਜਾਏਗੀ। ਹੁਣ ਤਾਂ ਚਾਹੀਦਾ ਕਿ ਜਿਹੜੇ ਸਰਦੇ ਪੁੱਜਦੇ ਆ ਉਹਨਾਂ ਨੂੰ ਗਰੇਜ਼ ਕੀਤਾ ਜਾਵੇ। ਜਿਹੜੇ ਲੋੜਵੰਦ ਹੈ ਜਿਨ੍ਹਾਂ ਦਾ ਜੀਵਨ ਪੱਧਰ ਸੁਧਾਰਨ ਦੀ ਗੱਲ ਕਰਦੇ ਆ ਜਾਂ ਜ਼ਿੰਦਗੀ ਬਦਲਣ ਦੀ ਗੱਲ ਕਰਦੇ ਆ, ਬਦਲਾਅ ਦੀ ਗੱਲ ਕਰਦੇ ਆ, ਤਾਂ ਉਹ ਇੱਕ ਖਾਸ ਤਬਕੇ ਤੱਕ, ਛੋਟੇ ਤਬਕੇ ਤੱਕ, ਉਹਨਾਂ ਤੱਕ, ਨੀਡੀ ਪਰਸਨ ਤੱਕ ਹੀ ਇਹ ਜਿਹੜਾ ਕਾਇਮ ਰਹਿਣਾ ਚਾਹੀਦਾ। ਕਿਉਂਕਿ ਇਹਦੇ ਨਾਲ ਕੀ ਹੋਏਗਾ, ਹੁਣ ਜਿਵੇਂ ਆਪਾਂ ਕਹਿੰਦੇ ਆ ਕਿ ਆਹ ਸੀਜ਼ਨ ਜਿਹੜਾ ਝੋਨੇ ਵਾਲਾ ਚੱਲ ਰਿਹਾ ਕਿ ਬਿਜਲੀ ਠੀਕ ਮਿਲੀ ਸਾਨੂੰ, ਮੁੱਖ ਮੰਤਰੀ ਵੀ ਇਹ ਕਲੇਮ ਕਰਦੇ ਨੇ ਕਿ ਸਿੰਗਲ ਕੰਪਲੇਂਟ ਨਹੀਂ ਆਈ। ਇਹ ਚੰਗੀ ਗੱਲ ਹੈ ਕਿਉਂਕਿ ਉਹਨਾਂ ਦੇ ਜਿਹੜੇ CMD ਨੇ ਬਲਦੇਵ ਸਿੰਘ ਸਰਾਂ, ਉਹ ਕਾਫੀ, ਇਹ ਨਹੀਂ ਕਿ ਉਹ ਅੱਜ ਤੋਂ ਲੱਗੇ ਸੀ ਇਹ ਪਾਵਰ ਝੋਨੇ ਵਾਲੀ ਬਿਜਲੀ ਦੇ ਜਿਹੜੇ ਪ੍ਰਬੰਧ ਕਰਨ ਦੇ ਵਿੱਚ, ਉਹ ਪਿਛਲੇ 3 ਮਹੀਨਿਆਂ ਤੋਂ ਲੱਗੇ ਹੋਏ ਸੀਗੇ। ਤਾਂ ਉਹਨਾਂ ਪ੍ਰਬੰਧਾਂ ਦੀ ਬਦੌਲਤ ਹੈਗੀ ਹੈ ਕਿ ਕੋਈ ਕੱਟ ਨਹੀਂ ਲਾਉਣਾ ਪਿਆ, ਉੱਪਰੋਂ ਬਾਰਿਸ਼ਾਂ ਵੀ ਹੋ ਗਈਆਂ, ਬਿਜਲੀ ਦੀ ਡਿਮਾਂਡ ਵੀ ਕਾਫੀ ਘਟ ਗਈ ਹੈਗੀ ਹੈ। ਤਾਂ ਇਹਨਾਂ ਦੀ ਬਦੌਲਤ ਹੈ। ਪਰ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਅਸੀਂ ਵੰਡੀਆਂ ਗਈਆਂ ਖੁਰਾਕਾਂ ਵੰਡੀਆਂ ਗਈਆਂ ਨੇ, ਇਹਦਾ ਜਿਹੜਾ ਬੋਝ ਪਏਗਾ ਤੁਹਾਡੇ ਸਾਹਮਣੇ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਰਕਾਰ ਨੇ ਪਾਵਰਕਾਮ ਦੀ ਬਾਂਹ ਨਾ ਫੜੀ ਤਾਂ ਇੱਕ ਬਹੁਤ ਵੱਡਾ ਵਿੱਤੀ ਸੰਕਟ ਹੈ ਜਿਹੜਾ ਉਹ ਪਾਵਰਕਾਮ ਨੂੰ ਦੇਖਣਾ ਪਏਗਾ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਗੱਲ ਕਰੀਏ ਨਰਮਾ ਪੱਟੀ ਇਲਾਕੇ ਦੀ, ਜਿੱਥੇ ਕਦੀ ਕਿਸਾਨਾਂ ਨੂੰ ਗੁਲਾਬੀ ਸੁੰਡੀ ਕਰਕੇ ਨੁਕਸਾਨ ਝੱਲਣਾ ਪਿਆ, ਕਦੀ ਚਿੱਟੀ ਮੱਖੀ ਕਰਕੇ ਝੱਲਣਾ ਪਿਆ। ਹੁਣ ਗੱਲ ਕਰੀਏ ਤਾਂ ਪਿਛਲੇ 2-3 ਦਿਨਾਂ ਤੋਂ ਜਿਹੜਾ ਲਗਾਤਾਰ ਭਾਰੀ ਮੀਂਹ ਪੈ ਰਿਹਾ, ਉਸ ਕਰਕੇ ਕਾਫੀ ਨੁਕਸਾਨ ਜਿਹੜਾ ਹੈਗਾ ਝੱਲਣਾ ਪੈ ਰਿਹਾ। ਅਸੀਂ ਜਾਣਨਾ ਚਾਹਾਂਗੇ ਨਰਮਾ ਪੱਟੀ ਇਲਾਕੇ ਦੇ ਮੌਜੂਦਾ ਹਾਲਾਤ ਕੀ ਨੇ, ਹੁਣ ਕਿਸਾਨਾਂ ਨੂੰ ਕਿਸ ਤਰ੍ਹਾਂ ਇਹ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਆਤਿਸ਼, ਵੈਸੇ ਤਾਂ ਸਰਕਾਰਾਂ ਨੂੰ ਕਿਸਾਨੀ 'ਤੇ ਰਹਿਮ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਮਾਰਨ ਲਈ ਤਾਂ ਇਕੱਲੀ ਕੁਦਰਤੀ ਕਾਫੀ ਹੈ। ਕਿਉਂਕਿ ਕੁਦਰਤ ਕਿਸੇ ਹੱਥ ਵੱਸ ਨਹੀਂ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਚਿੱਟੇ ਮੱਛਰ ਨੇ ਬਠਿੰਡਾ ਮਾਨਸਾ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਹੈ, ਤਾਂ ਹੁਣ ਕੱਲ੍ਹ ਜਿਹੜਾ ਬਾਰਿਸ਼ ਹੋਈ ਹੈ, ਮੀਂਹ ਪਏ ਨੇ, ਉਹਦੇ ਨਾਲ ਫਾਜ਼ਿਲਕਾ ਔਰ ਮੁਕਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੁਣ ਤੱਕ ਪ੍ਰਾਪਤ ਹੋਇਆ ਸਾਨੂੰ ਵੇਰਵਾ, ਉਹਦੇ ਮੁਤਾਬਕ 1 ਲੱਖ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ, ਮਤਲਬ ਪਾਣੀ 'ਚ ਡੁੱਬ ਚੁੱਕੀ ਹੈ, ਜਿਹ 'ਚ ਪਾਣੀ ਖੜਾ ਹੈਗਾ। ਅਗਰ ਇਹਨਾਂ ਦੇ ਪ੍ਰਬੰਧ ਠੀਕ ਹੈ, ਕੁਦਰਤ ਦੀ ਮਾਰ ਨੂੰ ਰੋਕਿਆ ਨਹੀਂ ਜਾ ਸਕਦਾ, ਕਦੋਂ ਬਾਰਿਸ਼ ਹੋ ਜੇ, ਕਦੋਂ ਸੋਕਾ ਪੈ ਜੇ, ਡੋਬਾ ਹੋ ਜੇ, ਸਾਡੇ ਹੱਥ ਵੱਸ ਨਹੀਂ ਹੈਗੀ। ਪਰ ਸਰਕਾਰਾਂ ਦੇ ਹੱਥ ਇੱਕ ਗੱਲ ਹੈਗੀ ਹੈ ਕਿ ਅਸੀਂ ਮੌਨਸੂਨ ਤੋਂ ਪਹਿਲਾਂ ਜਿਹੜੇ ਪ੍ਰਬੰਧ ਕਰਨੇ ਹੁੰਦੇ ਆ ਉਹਦਾ ਢੁਕਵੇਂ ਕਰ ਸਕਦੇ ਹਾਂ, ਤਾਂ ਕਿ ਜਿਹੜਾ ਨੁਕਸਾਨ ਹੈ ਉਸ ਨੂੰ ਮਿਨੀਮਾਈਜ਼ ਕੀਤਾ ਜਾਵੇ। ਫਿਰ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਡੇ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਤਾਂ ਫਿਰ ਅਸੀਂ ਮੁਆਵਜ਼ੇ ਦੀ ਮੰਗ ਉੱਠਦੀ ਹੈ। ਮੁਆਵਜ਼ਾ ਸਾਡਾ ਇਸ ਤਰ੍ਹਾਂ ਦੇ ਜਿਹੜੇ ਆਫਤਨ ਪ੍ਰਬੰਧਨ ਦੇ ਇਸ ਤਰ੍ਹਾਂ ਦੇ ਰੂਲ ਐਂਡ ਰੈਗੂਲੇਸ਼ਨਸ ਬਣੇ ਹੋਏ ਨੇ ਕਿ ਕਿਸਾਨਾਂ ਨੂੰ ਜਿਹੜਾ ਢੁਕਵਾਂ ਜਿੰਨਾ ਨੁਕਸਾਨ ਹੁੰਦਾ ਫਸਲ ਦਾ, ਉਹਨਾਂ ਮੁਆਵਜ਼ਾ ਮਿਲਦਾ ਹੀ ਨਹੀਂ। ਪੂਰੀ ਫਸਲ ਨਹੀਂ ਨੁਕਸਾਨੀ ਜਾਂਦੀ ਹੈ। ਤੁਸੀਂ ਕਹਿੰਦੇ ਕਿ 8000 ਰੁਪਇਆ ਪ੍ਰਤੀ ਏਕੜ ਲੈ ਲਓ ਜੀ। ਫਿਰ ਫਸਲ ਬੀਮਾ ਯੋਜਨਾ ਹੈ, ਉਹ ਪੂਰੇ ਸਮੁੱਚੇ ਦੇਸ਼ ਦੇ ਵਿੱਚ ਲਾਗੂ ਹੈ। ਇਹ ਵੱਖਰੀ ਗੱਲ ਹੈ ਕਿ ਗੁਜਰਾਤ ਸਮੇਤ ਕੁਝ ਜਿਹੜੇ ਸਟੇਟ ਹੈ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਆਪਣੇ ਸਿਰ 'ਤੇ ਚਲਾਵਾਂਗੇ, ਔਰ ਪੰਜਾਬ ਦੇ ਵਿੱਚ ਅਸੀਂ ਅੱਜ ਤੱਕ ਨਹੀਂ ਲਾਗੂ ਕੀਤੀ। ਇਹ ਠੀਕ ਹੈ ਕਿ ਸਾਡੀਆਂ ਕੋਈ ਇੱਦਾਂ ਦੀਆਂ ਭੂਗੋਲਿਕ ਸਥਿਤੀਆਂ ਹੋ ਸਕਦੀਆਂ ਨੇ ਜਾਂ ਸਾਡੇ ਕੋਲ ਹੋਰ ਤਕਨੀਕੀ ਨੁਕਤੇ ਹੋ ਸਕਦੇ, ਅਸੀਂ ਕਿ ਸਾਨੂੰ ਇਹ 12 ਨਹੀਂ ਖਾਂਦੀ। ਪਰ ਅਮਰਿੰਦਰ ਸਿੰਘ ਜਦੋਂ 2017 'ਚ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਹੈਗਾ ਫਸਲ ਬੀਮਾ ਯੋਜਨਾ ਆਪਣੀ ਸਟੇਟ ਗੌਰਮੈਂਟ ਤਰਫੋਂ ਸ਼ੁਰੂ ਕਰਾਂਗੇ, ਪਰ ਅੱਜ ਤੱਕ ਨਹੀਂ ਹੋਈ। ਕੱਲ੍ਹ ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਕਿ ਰਾਜ ਆਫਤਨ ਪ੍ਰਬੰਧਨ ਜਿਹੜੀ ਇੱਕ ਨਵੀਂ ਰੂਲਸ ਬਣਾਏ ਹੈਗੇ ਇਹਨਾਂ ਨੇ ਆਪਣੀ ਤਰਫੋਂ ਬਣਾਏ ਹੈਗੇ ਨੇ, ਪਰ ਦੇਖਣਾ ਹੋਏਗਾ। ਪਰ ਜਿਨ੍ਹਾਂ ਦੀ ਫਸਲ ਨੁਕਸਾਨੀ ਜਾਏਗੀ, ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦਾ ਜਿਹੜਾ ਕੁਦਰਤੀ ਆਫਤਾਂ ਨਾਲ ਘੱਟੋ ਘੱਟ ਨੁਕਸਾਨ ਹੋਵੇ। ਪਹਿਲਾਂ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ, ਅਗਰ ਕੋਈ ਮਾਰ ਪੈਂਦੀ ਹੈ ਤਾਂ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ, ਉਹਨਾਂ ਦੀ ਬਾਂਹ ਫੜਨੀ ਚਾਹੀਦੀ। ਚਰਨਜੀਤ ਜੀ, ਇਹਦੇ ਨਾਲ ਹੀ ਗੱਲ ਕਰੀਏ ਤਾਂ ਵਿਜੀਲੈਂਸ ਵੱਲੋਂ ਪਿਛਲੇ ਦਿਨੀ ਸਾਬਕਾ ਜੰਗਲਾਤ ਮੰਤਰੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ, ਜਾਂਚ ਚੱਲ ਰਹੀ ਸੀ। ਪਤਾ ਲੱਗ ਰਿਹਾ ਉਸ 'ਚ ਵੀ ਕਈ ਨਵੀਂ ਚੀਜ਼ਾਂ ਸਾਹਮਣੇ ਆ ਰਹੀਆਂ, ਕਈ ਨਵੇਂ ਬੰਦਿਆਂ ਦੇ ਨਾਮ ਸਾਹਮਣੇ ਆ ਰਹੀਆਂ। ਅਸੀਂ ਜਾਣਨਾ ਚਾਹਾਂਗੇ ਉਹ ਜਾਂਚ ਕਿੱਥੇ ਤੱਕ ਪਹੁੰਚੀ ਹੈ ਜਾਂ ਇਹ ਨਵਾਂ ਕੀ ਸਾਹਮਣੇ ਆ ਰਿਹਾ। ਦੇਖੋ ਆਤਿਸ਼, ਵਿਜੀਲੈਂਸ ਨੇ ਜਿਹੜਾ ਸਾਧੂ ਸਿੰਘ ਧਰਮਸਤੋਤ ਅਤੇ ਸੰਗਤ ਸਿੰਘ ਗਿਲਜੀਆਂ 'ਤੇ ਪਰਚਾ ਦਰਜ ਕੀਤਾ ਸੀ। ਸਾਧੂ ਸਿੰਘ ਅੰਦਰ ਨੇ, ਹੋਰ ਉਹਨਾਂ ਦੇ ਸਾਥੀ ਅੰਦਰ ਨੇ ਜਿਹੜੇ ਇਹਦੇ ਵਿੱਚ ਇਨਵੋਲਵ ਪਾਏ ਗਏ ਨੇ। ਉਹਨਾਂ ਦਾ ਜਿਹੜਾ ਚਲਾਨ ਹੈ ਵਿਜੀਲੈਂਸ ਨੇ ਉਹ 60 ਦਿਨਾਂ ਦੇ ਵਿੱਚ ਪੇਸ਼ ਕਰਨਾ। ਇਸ ਕਰਕੇ ਜਿਹੜੀ ਵਿਜੀਲੈਂਸ ਆ ਉਹ ਕਾਫੀ ਮੁਸਤੈਦੀ ਨਾਲ, ਹੁਣ ਤੇਜ਼ੀ ਨਾਲ ਜਿਹੜਾ ਕੰਮ ਕਰ ਰਹੀ ਹੈ। ਔਰ ਲੰਘੇ ਕਾਲੇ ਦੀ ਜਿਹੜੀ ਅਪਡੇਟ ਹੋਈ ਆ ਉਹ ਇਹ ਹੋਈ ਹੈ ਕਿ ਸੰਗਤ ਸਿੰਘ ਗਿਲਜੀਆਂ ਨੂੰ ਜਿਹੜੇ ਇੱਕ ਉਹਨਾਂ ਦਾ ਵਿਚੋਲਾ ਸੀ ਜਾਂ ਬਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਕਿ ਜਿਹੜਾ ਹਿਸਾਰ ਜ਼ਿਲ੍ਹੇ ਦੇ ਨਿਆਣਾ ਪਿੰਡ ਹੈ ਕੋਈ, ਉੱਥੋਂ ਦਾ ਰਹਿਣ ਵਾਲਾ ਹੈ। ਇੱਕ ਬਠਿੰਡਾ ਦਾ ਨਿਤਨ ਨਾਮ ਦਾ ਵਿਅਕਤੀ ਸੀ ਜਿਹੜਾ ਦਿੱਲੀ ਰਹਿੰਦਾ ਹੈ, ਉਹ ਟਰੀ ਗਾਰਡ ਸਪਲਾਈ ਕਰਦਾ ਸੀਗਾ।
ਤਾਂ ਪੰਜਾਬ ਦੇ ਜਿਹੜਾ ਜੰਗਲਾਤ ਮਹਿਕਮਾ ਹੈ ਉਹਨਾਂ ਨੇ ਦਿੱਲੀ ਤੋਂ ਜਿਹੜੇ ਟਰੀ ਗਾਰਡ ਹੈ ਬਣਵਾਏ ਸੀ। ਉਹਦੀ ਜਿਹੜੀ ਰੇਟ ਹੈ ਜਿਹੜੀ ਹੁਣ ਤੱਕ ਸਾਹਮਣੇ ਹੈ ਜਾਂਚ ਦੇ ਵਿੱਚ, ਉਹ 1400 ਰੁਪਏ ਸੀ, ਪਰ ਜਿਹੜਾ ਕਾਗਜ਼ਾਂ 'ਚ ਪਾਇਆ ਗਿਆ ਉਹ 2400 ਰੁਪਏ ਪਾਇਆ ਗਿਆ ਸੀ। ਤਾਂ ਜਿਹੜਾ ਨਿਤਨ ਨਾਮ ਦਾ ਵਿਅਕਤੀ ਸੀ ਦਿੱਲੀ ਵਾਲਾ, ਉਹ ਡਾਇਰੈਕਟ ਪੈਸੇ ਜਿਹੜੇ ਸੰਗਤ ਸਿੰਘ ਗਿਲਜੀਆਂ ਨੂੰ ਨਹੀਂ ਦਿੰਦਾ ਸੀ। ਪ੍ਰਤੀ ਟਰੀ ਗਾਰਡ ਜਿਹੜਾ 1000 ਰੁਪਇਆ ਦੇਣ ਵਾਸਤੇ ਉਹਨਾਂ ਨੇ ਇੱਕ ਬਾਇਆ ਮੀਡੀਆ ਲੱਭਿਆ ਸੀ, ਉਹ ਸੀਗਾ ਬਿੰਦਰ ਸਿੰਘ ਨਾਮ ਦਾ ਵਿਅਕਤੀ। ਬਿੰਦਰ ਸਿੰਘ ਦੀ ਜਿਹੜੀ ਜਾਣ ਪਹਿਚਾਣ ਹੈ ਉਹ ਨਿਤਨ ਬਠਿੰਡਾ ਦੇ ਨਾਲ ਹੋਈ, ਜਿਹੜਾ ਦਿੱਲੀ ਰਹਿੰਦਾ। ਤਾਂ ਨਿਤਨ ਨੇ 2 ਵਾਰੀ ਜਿਹੜੇ ਪੈਸੇ ਹੈ ਤਕਰੀਬਨ 11 ਲੱਖ ਰੁਪਏ ਦੀ ਰਾਸ਼ੀ ਹੈ ਉਹ ਬਿੰਦਰ ਦੇ ਆਪ ਦੇ ਖਾਤੇ ਨਹੀਂ, ਉਹਨਾਂ ਦੀ ਬੇਟੀ ਦੇ ਖਾਤੇ ਦੇ ਵਿੱਚ ਪਾਈ ਹੈ। ਔਰ ਬਿੰਦਰ ਜਿਹੜਾ ਅਰੈਸਟ ਕੀਤਾ ਗਿਆ ਪੁਲਿਸ ਵੱਲੋਂ, ਵਿਜੀਲੈਂਸ ਵੱਲੋਂ, ਉਹਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਹਨਾਂ ਨੇ 11 ਲੱਖ ਦੀ ਰਾਸ਼ੀ ਜਿਹੜੀ ਨਿਤਨ ਨੇ ਪਾਈ ਸੀ ਉਹਨਾਂ ਦੇ ਅਕਾਊਂਟ ਦੇ ਵਿੱਚ, ਉਹ ਉਹਨਾਂ ਨੇ ਕਢਵਾ ਕੇ ਅੱਗੇ ਜਿਹੜੇ ਗਿਲਜੀਆਂ ਦੇ ਬੰਦੇ ਸੀ ਉਹਨਾਂ ਤੱਕ ਪਹੁੰਚਦੀ ਕੀਤੀ ਹੈ। ਸੋ ਇਹ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਇੱਕ ਵਿਚੋਲਾ ਜਿਹੜਾ ਹੋਰ ਫੜਿਆ ਗਿਆ। ਪਤਾ ਲੱਗਿਆ ਕਿ ਕੁਝ ਜਿਹੜੇ DFO ਨੇ ਉਹਨਾਂ ਨੇ ਆਪਣੇ ਪ੍ਰਾਈਵੇਟ ਘਰਾਂ ਦੇ ਵਿੱਚ ਜਾਂ ਹੋਰ ਸਰਕਾਰੀ ਘਰਾਂ ਦੇ ਵਿੱਚ ਕੁਝ ਜਿਹੜੇ ਲੋਕ ਲਾਏ ਨੇ ਕਿ ਜਿੱਥੇ ਟਰੀ ਗਾਰਡ ਤਿਆਰ ਕੀਤੇ ਜਾ ਰਹੇ ਨੇ। ਬਠਿੰਡੇ ਦੇ ਵਿੱਚ ਵੀ ਪਤਾ ਲੱਗਿਆ ਵਿਜੀਲੈਂਸ ਨੇ ਛਾਪਾ ਮਾਰ ਕੇ ਉੱਥੇ ਜਿਹੜੇ ਟਰੀ ਗਾਰਡ ਬਣਦੇ ਜਿਹੜੇ ਮੌਕੇ 'ਤੇ ਫੜੇ ਨੇ, ਉਹਦੀ ਇਨਫੋਰਮੇਸ਼ਨ ਵੀ ਇਹਨਾਂ ਕੋਲੇ ਆਈ ਹੈ ਵਿਜੀਲੈਂਸ ਡਿਪਾਰਟਮੈਂਟ ਕੋਲੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈਗਾ ਕਿ ਇਹ ਕੰਮ ਹੈ ਜਿਹੜਾ ਕਿਉਂਕਿ 6 ਤਰੀਕ ਨੂੰ ਚਲਾਨ ਪੇਸ਼ ਕਰਨਾ ਹੈ, ਉਦੋਂ ਪਹਿਲਾਂ ਸਾਰਾ ਕੰਮ ਹੈ ਜਿਹੜਾ ਵਿਜੀਲੈਂਸ ਵੱਲੋਂ ਮੁਕੰਮਲ ਕੀਤਾ ਜਾ ਰਿਹਾ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।